ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ। ਮੇਰੇ ਨਾਲ ਇਸ ਵੇਲੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿ ਨੌਦੀਪ ਕੌਰ ਦੀ ਗ੍ਰਿਫਤਾਰੀ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਅਮਰੀਕਾ ਤੋਂ ਵੀ ਟਵੀਟ ਹੋਇਆ। ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਨੇ ਟਵੀਟ ਕੀਤਾ। ਉਸ ਤੋਂ ਬਾਅਦ ਟਵਿੱਟਰ ਦੀ ਇੱਕ ਜਿਹੜੀ ਲਹਿਰ ਹੈ ਟਵਿੱਟਰ ਦੇ ਉੱਤੇ ਕਿ ਨੌਦੀਪ ਕੌਰ ਨੂੰ ਰਿਹਾ ਕੀਤਾ ਜਾਵੇ, ਉਹ ਚੱਲ ਰਹੀ ਹੈ। ਕੀ ਹੈ ਪੂਰਾ ਮਾਮਲਾ, ਉਹਦੇ ਉੱਤੇ ਗੱਲਬਾਤ ਕਰਾਂਗੇ। ਦੂਜਾ ਕਿ ਕਿਸਾਨ ਅੰਦੋਲਨ ਦੇ ਵਿਚਾਲੇ ਰਾਕੇਸ਼ ਟਕੈਤ ਮਹਾਪੰਚਾਇਤਾਂ ਕਰ ਰਹੇ ਨੇ, ਪਰ ਟਕੈਤ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਫੈਸਲੇ ਦਿੱਤੇ ਗਏ ਕਿ ਦਿੱਲੀ, ਯੂਪੀ ਤੇ ਉੱਤਰਾਖੰਡ ਦੇ ਵਿੱਚ ਚੱਕਾ ਜਾਮ ਨਹੀਂ ਕੀਤਾ ਜਾਵੇਗਾ। ਜਥੇਬੰਦੀਆਂ ਨੂੰ ਇਸ ਬਾਰੇ ਪਤਾ ਨਹੀਂ ਸੀ, ਹਾਲਾਂਕਿ ਬਾਅਦ ਦੇ ਵਿੱਚ ਅਵੇਅਰ ਕਰਵਾਇਆ ਗਿਆ। ਤੇ ਕੀ ਇਹ ਮਸਲਾ ਜਿਹੜਾ ਹੈ ਕਿਸਾਨ ਅੰਦੋਲਨ ਜਿਹੜਾ ਉਹ ਗਾਜ਼ੀਪੁਰ ਬਾਰਡਰ ਵੱਲ ਧਿਆਨ ਕੇਂਦਰਿਤ ਕਿਉਂ ਕੀਤਾ ਜਾ ਰਿਹਾ ਹੈ, ਸਿੰਘੂ ਬਾਰਡਰ ਦੇ ਵਿੱਚ ਕਿਸ ਤਰ੍ਹਾਂ ਦੀ ਦਿਸ਼ਾ ਜਿਹੜੀ ਇਹਦੀ ਚੱਲ ਰਹੀ ਹੈ, ਉਹਦੇ ਉੱਤੇ ਗੱਲਬਾਤ ਕਰਾਂਗੇ। ਦੂਜਾ ਨਾਲ ਹੀ ਇਹ ਵੀ ਹੈ ਕਿ ਕਿਸਾਨ ਜਥੇਬੰਦੀਆਂ ਦੇ 2 ਆਗੂਆਂ ਨੂੰ ਮੁਅੱਤਲ ਕੀਤਾ ਗਿਆ, ਸਸਪੈਂਡ ਕੀਤਾ ਗਿਆ। ਉਹਦੇ ਉੱਤੇ ਵੀ ਬੜੇ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਕਿ ਆਖਿਰਕਾਰ ਅੰਦੋਲਨ ਦੇ ਵਿੱਚ ਚੱਲ ਕੀ ਕੁਝ ਰਿਹਾ, ਕੀ ਇਹ ਅੰਦੋਲਨ ਸਫਲ ਹੋਏਗਾ, ਕੀ ਇਸ ਅੰਦੋਲਨ ਨੂੰ ਸਫਲ ਕਰਨ ਦੇ ਲਈ ਇਹੋ ਜਿਹੇ ਕਦਮ ਜਿਹੜੇ ਚੁੱਕਣੇ ਉਹ ਲਾਜ਼ਮੀ ਨੇ। ਸਵਾਲ ਬਹੁਤ ਨੇ, ਸ਼ੰਕੇ ਬਹੁਤ ਤਰ੍ਹਾਂ ਦੇ ਉੱਠਦੇ ਨੇ, ਅਸੀਂ ਉਹਨਾਂ ਦਾ ਜਵਾਬ ਜ਼ਰੂਰ ਲਵਾਂਗੇ। ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ ਲੋਕਰਾਜ ਚੈਨਲ ਪੰਜਾਬੀ ਤੇ। ਬਹੁਤ ਬਹੁਤ ਧੰਨਵਾਦ ਜੀ। ਦੇਖੋ, ਇੱਕ ਯੰਗ ਦਲਿਤ ਲੜਕੀ ਆ, ਸਕੂਲ ਪਾਸ ਹੈਗੀ ਆ। ਅਸਲ ਵਿੱਚ ਉਹਨੇ ਜਾਣਾ ਤੇ ਆਪਣੀ ਭੈਣ ਕੋਲ ਗਾਂ ਉੱਥੇ ਪੜ੍ਹਨ ਸੀ ਦਿੱਲੀ ਯੂਨੀਵਰਸਿਟੀ ਦੇ ਵਿੱਚ। ਉਹਦੀ ਭੈਣ ਰਾਜਵੀਰ ਆਲਰੇਡੀ ਦਿੱਲੀ ਯੂਨੀਵਰਸਿਟੀ 'ਚ PhD ਕਰ ਰਹੀ ਹੈ, ਪਰ ਜਦੋਂ ਦੇਖਿਆ ਕਿ ਘਰ ਦੇ ਵਿੱਚ ਹਾਲਾਤ ਨਹੀਂ ਹੈ, ਦਲਿਤ ਪਰਿਵਾਰ ਹੈ, ਮਜ਼ਦੂਰ ਪਰਿਵਾਰ ਆ, ਤਾਂ ਉਹਨੇ ਕੋਈ ਉੱਥੇ ਫੈਕਟਰੀ ਕੁੰਡਲੀ ਦੇ ਨੇੜੇ ਜੁਆਇਨ ਕਰ ਲਈ। ਉੱਥੇ ਉਹਨੇ ਫਾਰਮਰ ਦੀ ਐਜੀਟੇਸ਼ਨ ਵਿੱਚ ਵੀ ਮਦਦ ਕਰਨ ਆਈ, ਕਿਉਂਕਿ ਉਹ ਇੱਕ ਚੇਤਨ ਪਰਿਵਾਰ ਵਿੱਚੋਂ ਵੀ ਲੜਕੀ ਹੈ। ਤਾਂ ਜਿਉਂ ਹੀ ਉੱਥੇ ਕੁਛ ਮੂਵਮੈਂਟ ਚੱਲੀ, ਉੱਥੇ ਕੋਈ ਮਜ਼ਦੂਰ ਅਧਿਕਾਰ ਸੰਗਠਨ ਬਣਿਆ ਹੋਇਆ ਸੀਗਾ, ਉਸਨੇ ਉਸ ਦੇ ਵਿੱਚ ਐਕਟਿਵ ਪਾਰਟਿਸਿਪੇਸ਼ਨ ਉਸ ਫੈਕਟਰੀ ਦੇ ਵਿੱਚ, ਕੁੰਡਲੀ ਦੀ ਜਿਹੜੀ ਫੈਕਟਰੀ ਆ, ਕੀਤਾ ਔਰ ਉਹਨਾਂ ਨੂੰ ਮੰਗ ਕੀਤੀ ਮਾਲਕਾਂ ਕੋਲੋਂ ਕਿ ਇਹਨਾਂ ਸਾਰੇ ਵਰਕਰਾਂ ਦਾ ਜਿਹੜਾ ਤੁਸੀਂ ਡਿਊ ਲੈ ਕੇ ਬੈਠੇ ਆ ਉਹ ਵਾਪਸ ਕਰਨਾ ਚਾਹੀਦਾ। ਇਸੇ ਗੱਲ ਦੇ ਉੱਤੇ ਤੈਸ਼ ਵਿੱਚ ਆ ਕੇ ਬਰਦਾਸ਼ਤ ਨਹੀਂ ਹੋਇਆ ਮਾਲਕਾਂ ਤੋਂ, ਉਹਨਾਂ ਨੇ ਪੁਲਿਸ ਬੁਲਾ ਲਈ ਉਤੇ, ਔਰ ਇਸ ਕੁੜੀ ਦੇ ਉੱਤੇ 2 ਕਿਸਮ ਦੀਆਂ FIR ਦਰਜ, ਇੱਕ ਧਾਰਾ 307 ਦੇ ਕਿ ਅਸੌਲਟ ਹੈ, ਸਾਨੂੰ ਮਾਰਨ ਨੂੰ ਪਈ ਆ, ਔਰ ਦੂਸਰਾ ਚੋਰੀ ਚਕਾਰੀ ਕਰ ਲਈ, ਇਹਨੇ ਪੈਸੇ ਲੁੱਟ ਲਏ, ਇਹ ਕਰ ਲਿਆ, ਉਹ ਕਰ ਲਿਆ। ਕਿੱਡੀ ਬੇਸ਼ਰਮੀ ਦੀ ਗੱਲ ਆ। ਔਰ ਕੀਤਾ ਇਹ ਉਹੀ ਕੁਛ ਆ ਜੋ ਪੁਲਿਸ ਕਰਦੀ ਹੁੰਦੀ ਆ। ਪੁਲਿਸ ਮੈਨੇਜਮੈਂਟ ਦੇ ਨਾਲ ਮਿਲੀ ਹੋਈ ਆ, ਔਰ ਮੈਨੇਜਮੈਂਟ ਨੂੰ ਪ੍ਰੋਟੈਕਸ਼ਨ ਲੱਗਦਾ ਆ ਇਹਨਾਂ ਗੱਲਾਂ ਤੋਂ ਕਿ ਕਿਤੇ ਨਾ ਕਿਤੇ ਰਾਜਨੀਤਿਕ ਛਤਰੀ ਵੀ ਹੈਗੀ ਆ। ਖੱਟਰ ਸਾਹਿਬ ਦੀ ਸਰਕਾਰ ਦਾ ਵੀ ਕਿਤੇ ਨਾ ਕਿਤੇ ਉਹਦੇ 'ਚ ਹੱਥ ਹੋਊਗਾ। ਮੈਂ ਬਹੁਤ ਸਾਰੇ ਇਹੋ ਜਿਹੇ ਕੇਸ ਜਾਣਦਾ, ਜਿਵੇਂ ਮਾਰੂਤੀ ਉਦਯੋਗ ਦੇ ਸੀ, ਜਿੱਥੇ ਸਿੱਧਾ ਸਰਕਾਰ ਦੇ, ਇੱਥੋਂ ਤੱਕ ਕਿ ਲੇਬਰ ਡਿਪਾਰਟਮੈਂਟ ਦੇ ਰਾਹੀਂ ਵੀ ਉੱਥੇ ਮੈਨੇਜਮੈਂਟ ਦੀ ਮਦਦ ਕੀਤੀ ਜਾਂਦੀ ਆ। ਇਹੋ ਕੇਸ ਇੱਥੇ ਲੱਗਦਾ ਹੌਲੀ ਹੌਲੀ ਦੀਆਂ ਪਰਤਾਂ ਉੱਧਰ ਕੇ ਉੱਭੜ ਕੇ ਸਾਰੀਆਂ ਸਾਹਮਣੇ ਉੱਭਰ ਕੇ ਆ ਜਾਣਗੀਆਂ। ਪਰ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ, ਉਹ ਅਜੇ ਜੇਲ੍ਹ ਦੇ ਵਿੱਚ ਬੰਦ ਆ। ਪਹਿਲਾਂ ਸੋਨੀਪਤ, ਹੁਣ ਉਹਨੂੰ ਕਰਨਾਲ ਦੇ ਵਿੱਚ ਰੱਖਿਆ ਗਿਆ। ਔਰ ਜਦੋਂ ਜਿਸ ਤਰ੍ਹਾਂ ਪੁਲਿਸ ਹਮੇਸ਼ਾ ਕੁੱਟ ਮਾਰਨ ਤੋਂ ਬਾਅਦ ਸਟੋਰੀਆਂ ਬਣਾਉਂਦੀ ਹੈ, ਤੇ ਉਹਦਾ ਮੈਡੀਕਲ ਜਦੋਂ ਹੋਣ ਲਈ ਗਿਆ ਮੈਜਿਸਟ੍ਰੇਟ ਦੇ ਪੇਸ਼ ਹੋਣ ਤੋਂ ਪਹਿਲਾਂ, ਤੇ ਉੱਥੇ ਉਹਦੇ ਮੈਜਿਸਟ੍ਰੇਟ ਕੋਲੋਂ ਦੇ ਸਾਹਮਣੇ ਵੀ ਇਹੋ ਸਟੇਟਮੈਂਟ ਦਿੱਤੀ ਗਈ ਕਿ ਮੇਰੇ ਕੋਈ ਹੋਰ ਮੈਡੀਕਲ ਦੀ ਲੋੜ ਨਹੀਂ ਹੈਗੀ, ਮੈਂ ਬਿਲਕੁਲ ਠੀਕ ਹਾਂ। ਔਰ ਉਸ ਦਾ ਸਪੈਸ਼ਲ ਮੈਡੀਕਲ ਹੋਣਾ ਸੀ, ਕਿਉਂਕਿ ਉਹਦੇ ਪ੍ਰਾਈਵੇਟ ਪਾਰਟਸ ਤੇ ਵੀ ਮਾਰਿਆ, ਸੱਟਾਂ ਲਾਈਆਂ ਗਈਆਂ, ਔਰ ਉਸਨੂੰ ਬੜੇ ਬੁਰੇ ਤਰੀਕੇ ਨਾਲ ਕੁੱਟਿਆ ਮਾਰਿਆ ਗਿਆ, ਤਾਂ ਕਿ ਕੋਈ ਉਹ ਹਿੰਮਤ ਨਾ ਕਰੇ, ਡਰਾ ਧਮਕਾ ਕੇ ਅੰਦਰ ਰੱਖਿਆ ਜਾਏ। ਇਹ ਸਾਰੀ ਗੱਲ ਬਹੁਤ ਦੇਰ ਬਾਅਦ ਬਾਹਰ ਆਈ ਹੈ, ਤੇ ਹੁਣ ਉਹ ਅੱਜ ਕੁਝ ਪੇਪਰਾਂ 'ਚ, ਨੈਸ਼ਨਲ ਡੇਲੀਜ਼ ਦੇ ਵਿੱਚ ਵੱਡੇ ਤੌਰ ਤੇ ਫਲੈਸ਼ ਹੋ ਕੇ ਇਹ ਸਾਰੀ ਖਬਰ ਆਈ ਹੈ। ਇੱਥੋਂ ਇੱਕ ਸਾਫ਼ ਜਾ ਰਿਹਾ ਕਿ ਜਿੱਥੇ ਇੱਕ ਪਾਸੇ ਕਿਸਾਨ ਵੱਡੇ ਪੱਧਰ ਤੇ ਕੁੰਡਲੀ ਤੇ ਹੀ ਐਡਾ ਵੱਡਾ ਧਰਨਾ ਲਾਈ ਬੈਠੇ ਆ, ਨਾਲ ਦੇ ਨਾਲ ਹੀ ਮਜ਼ਦੂਰਾਂ ਦੀ ਹਾਲਤ ਵੀ ਕੋਈ ਬਹੁਤੀ ਠੀਕ ਨਹੀਂ ਹੈ। ਅਗਲੀ ਵੇਵ, ਇਹ ਪਹਿਲੀ ਵੇਵ ਅਜੇ ਖਤਮ ਨਹੀਂ ਹੋਈ ਉਹਦੀ, ਔਰ ਦੂਸਰੀ ਜਿਹੜੀ ਚੜ੍ਹਾਈ ਵੇਵ ਦੀ ਕਹਿ ਲਓ ਤੁਸੀਂ, ਦੂਸਰੀ ਲਹਿਰ ਵੱਡੀ, ਜਿਸ ਤਰ੍ਹਾਂ ਸਮੁੰਦਰ 'ਚ ਛੱਲਾਂ ਹੁੰਦੀਆਂ, ਦੂਸਰੀ ਛੱਲ ਮਜ਼ਦੂਰਾਂ ਵੱਲੋਂ ਆਈ ਖੜੀ। ਇਸ ਨੂੰ ਤੁਸੀਂ ਪਹਿਲਾਂ, ਜਿਵੇਂ ਕਹਿੰਦੇ ਨਾ, ਟਿਪ ਆਫ ਦਾ ਆਈਸਬਰਗ, ਇਹ ਆਈਸਬਰਗ ਦਾ ਪਹਿਲਾ ਟਿਪ ਆ, ਜਿਹੜਾ ਇਹ ਨਵਦੀਪ ਜਿਹਨੂੰ ਰਿਪਰੈਜ਼ੈਂਟ ਕਰਦੀ ਹੈ। ਇਹ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਿਓ, ਇਹ ਇੱਕ ਵੱਡੀ ਦਲਿਤ ਤੇ ਮਜ਼ਦੂਰਾਂ ਦੀ ਮੂਵਮੈਂਟ ਦੀ ਹੀਰੋ ਬਣ ਕੇ ਉੱਭਰੂਗੀ, ਜੋ ਉਸਨੇ ਤਸ਼ੱਦਦ ਆਪਣੇ ਤੇ ਬਰਦਾਸ਼ਤ ਕੀਤਾ। ਔਰ ਜਿਸ ਕਿਸਮ ਦੇ ਨਾਲ ਉਹਦੇ ਕੋਲ ਜ਼ਬਰਦਸਤੀ ਇਹ ਲਿਖਾਇਆ ਗਿਆ ਕਿ ਮੇਰਾ ਸਪੈਸ਼ਲ ਮੈਡੀਕਲ ਕਰਨ ਦੀ ਲੋੜ ਨਹੀਂ ਹੈ, ਉਹ ਜਿਸ ਤਰ੍ਹਾਂ ਪੁਲਿਸ ਸਾਰਾ ਕਰਦੀ ਹੁੰਦੀ ਆ, ਉਸ ਕਿਸਮ ਦਾ ਇਹ ਸਾਰਾ ਕਾਰੋਬਾਰ ਹੋਇਆ। ਪਰ ਜਿਉਂ ਹੀ ਇਹ ਖਬਰ ਬਾਹਰ ਆਈ ਆ, ਬਹੁਤ ਸਾਰੇ ਵਕੀਲ
ਔਰ ਉਹਦੀ ਭੈਣ ਕੱਲ ਇੱਥੇ ਚੰਡੀਗੜ੍ਹ ਸੀ, ਉਹਦੇ ਚ ਕੇਂਦਰੀ ਸਿੰਘ ਸਭਾ ਵੱਲੋਂ ਖੁੱਲੀ ਮਦਦ ਕਰਨ ਦਾ ਐਲਾਨ ਕੀਤਾ ਗਿਆ। ਉਹਨਾਂ ਨੂੰ ਉਹਦੀ ਭੈਣ ਰਾਜਵੀਰ ਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ ਭਾਵੇਂ ਵਕੀਲ ਦੀ ਵਕਾਲਤ ਦੀ ਕਾਨੂੰਨ ਦੀ ਮਦਦ ਦੀ ਹੋਵੇ, ਹੋਰ ਵੀ ਕਿਸੇ ਵੀ ਕਿਸਮ ਦੀ ਮਦਦ ਹੋਵੇ, ਅਸੀਂ ਇਹ ਸਾਡਾ ਸਿੱਖ ਧਰਮ ਵੀ ਆ। ਗੁਰੂ ਨਾਨਕ ਦੇਵ ਜੀ ਸਾਨੂੰ ਇਹੀ ਕਹਿ ਕੇ ਗਏ ਸੀ ਕਿ ਮੈਂ ਤੇ ਜਿਹੜੇ ਸਭ ਤੋਂ ਦੱਬੇ ਕੁਚਲੇ ਵੱਧ ਲੋਕ ਹੈਗੇ, ਮੈਂ ਉਹਨਾਂ ਨਾਲ ਖੜਾ ਤੇ ਉਸ ਨੂੰ, ਉਸ ਮਰਿਆਦਾ ਨੂੰ ਅਪਹੋਲਡ ਕਰਦੇ ਹੋਏ, ਉਸ ਨੂੰ ਫੋਲੋ ਕਰਦੇ ਹੋਏ ਅੱਜ ਕੇਂਦਰੀ ਸਿੰਘ ਸਭਾ ਜਿਹੜੀ ਚੰਡੀਗੜ੍ਹ ਦੇ ਵਿੱਚ 28 ਸੈਕਟਰ 'ਚ ਹੈ, ਉਹਨਾਂ ਨੇ ਜਿੱਥੇ ਇੱਕ ਮੁਲਾਕਾਤ ਕੀਤੀ ਰਾਜਵੀਰ ਨਾਲ, ਉਹਨਾਂ ਦੀ ਭੈਣ ਦੇ ਨਾਲ, ਉੱਥੇ ਭਰੋਸਾ ਦਿੱਤਾ ਤੇ ਉਹਦੀ ਪ੍ਰੈਸ ਸਟੇਟਮੈਂਟ ਵੀ ਜਾਰੀ ਕੀਤੀ। ਮੈਨੂੰ ਇਹ ਲੱਗਦਾ ਸੁਖਵਿੰਦਰ, ਇਹ ਦੋਹਰਾ ਧੱਕਾ, ਤੇਰਾ ਧੱਕਾ ਆ। ਇੱਕ ਔਰਤ, ਦੂਸਰਾ ਉਹਦੇ ਉੱਤੇ ਤੁਸੀਂ ਸੈਕਸ਼ੂਅਲ ਅਸਾਲਟ ਕਰਨਾ, ਉਸ ਕਿਸਮ ਦਾ ਉਹਨੂੰ ਟੌਰਚਰ ਕਰਨਾ, ਤੀਸਰਾ ਉਹ ਮਜ਼ਦੂਰ ਹੈਗੀ ਹੈ। ਔਰ ਇਸ ਤਰੀਕੇ ਨਾਲ ਮੈਨੂੰ ਲੱਗਦਾ ਕਿ ਇਹ ਜਿਹੜੇ ਆਉਣ ਵਾਲੇ ਸਮੇਂ 'ਚ ਮਜ਼ਦੂਰ, ਉਹ ਵੀ ਇੱਕ ਔਰਤ, ਉਹ ਵੀ ਇੱਕ ਦਲਿਤ ਔਰਤ, ਇਹ ਤੇਰਾ ਧੱਕਾ ਜਿਹੜਾ ਉਹਦੇ ਨਾਲ ਹੋਇਆ। ਔਰ ਚੌਥਾ ਉਹਦੇ ਉੱਪਰ ਸੁਖਵਿੰਦਰ, ਇਹ ਵੀ ਨਾ ਕਿ ਉਹ ਆਪਣਾ ਸੱਚ ਬੋਲ ਸਕੇ, ਆਪਣੀ ਜਿਹੜੀ ਜੋ ਉਹਦੇ ਨਾਲ ਇੰਨਾ ਦੁਰਵਿਹਾਰ ਹੋਇਆ ਉਸ ਨੂੰ ਕਹਿਣ ਦਾ ਮੌਕਾ ਨਾ ਦਿੱਤਾ ਜਾਏ, ਇੰਨਾ ਡਰਾਤਾ ਜਾਏ, ਇੰਨਾ ਕੁੱਟ ਮਾਰਤਾ ਜਾਏ, ਜਿਵੇਂ ਕਿ ਖਬਰ ਬਾਹਰ ਆਈ ਹੈ। ਇਹ ਆਉਣ ਵਾਲੇ ਸਮੇਂ ਦੇ ਵਿੱਚ ਕੱਲਾ ਤੁਸੀਂ ਉਹ ਮੀਨਾ ਹੈਰਿਸ ਦੀ ਨਾ ਗੱਲ ਕਰੋ, ਜਿਹੜੀ ਉਹਦੀ ਭਾਣਜੀ ਹੈਗੀ ਆ ਕਮਲਾ ਹੈਰਿਸ ਦੀ, ਵਾਈਸ ਪ੍ਰੈਜ਼ੀਡੈਂਟ ਅਮਰੀਕਾ ਦੀ। ਇਹ ਵੈਸੇ ਵੀ ਜਗ੍ਹਾ ਜਗ੍ਹਾ ਮਜ਼ਦੂਰ ਸੰਗਠਨ ਜਿਹੜੇ ਆ ਆਉਣ ਵਾਲੇ ਸਮੇਂ 'ਚ ਇਹੋ ਜਿਹੇ ਸਟਰਗਲ ਘੋਲ ਵੱਡੇ ਪੱਧਰ ਤੇ ਲਾਂਚ ਕਰਨ ਵਾਲੇ ਆ, ਕਿਉਂਕਿ ਜਦੋਂ ਇੱਕ ਪਾਸੇ ਹਮਲਾ ਕਿਸਾਨਾਂ ਦੇ ਉੱਤੇ 3 ਕਾਨੂੰਨ ਬਣਾ ਕੇ ਕੀਤਾ, ਉਹਨਾਂ ਦੇ ਵੀ 44 ਕਾਨੂੰਨ ਹਟਾ ਕੇ 4 ਲੇਬਰ ਕੋਡ ਬਣਾ ਕੇ ਉਹਨਾਂ ਦੇ ਸਾਰੇ ਅੱਲੇ ਪੱਲੇ ਜੋ ਵੀ ਹੱਕ ਹਕੂਕ ਸੀ ਉਹ ਖਤਮ ਕਰਤੇ ਆ। ਤੇ ਇਹ ਸਰਕਾਰ ਦਾ ਸਾਫ਼-ਸਾਫ਼ ਨਜ਼ਰ ਆ, ਇੱਕ ਫਾਸਿਸਟ ਚਿਹਰਾ, ਨੰਗਾ ਚਿੱਟਾ ਫਾਸਿਸਟ ਚਿਹਰਾ ਨੰਗਾ ਹੋਣਾ ਸ਼ੁਰੂ ਹੋ ਗਿਆ ਸੁਖਵਿੰਦਰ। ਪ੍ਰੋਫੈਸਰ ਸਾਹਿਬ, ਹੁਣ ਇੱਕ ਗੱਲ ਇਹਦੇ ਵਿੱਚ ਹੋਰ ਖਾਸ ਜਿਹੜੀ ਨਜ਼ਰ ਆ ਰਹੀ ਹੈ ਕਿ ਨੌਦੀਪ ਕੌਰ ਦੀ ਗ੍ਰਿਫਤਾਰੀ ਹੋਈ, ਇਹਨੂੰ ਲੈ ਕੇ ਹੁਣ ਤੱਕ ਸਰਕਾਰ ਦੇ ਉੱਪਰ ਬੈਠੇ ਜਿਹੜੇ ਨੁਮਾਇੰਦੇ ਨੇ, ਸਰਕਾਰ ਦੇ ਵਿੱਚ ਬੈਠੇ ਨੇ, ਉਹਨਾਂ ਨੇ ਕਿਸੇ ਨੇ ਮੂੰਹ ਤੱਕ ਨਹੀਂ ਖੋਲਿਆ। ਕੋਈ ਇਸ ਗੱਲ ਨੂੰ ਲੈ ਕੇ ਬੋਲਣ ਨੂੰ ਤਿਆਰ ਨਹੀਂ ਕਿ ਇੱਕ ਦਲਿਤ ਕੁੜੀ ਦੇ ਨਾਲ ਇੰਨਾ ਕੁਝ ਹੋ ਰਿਹਾ ਹੈ, ਜੇਲ੍ਹ ਦੇ ਅੰਦਰ ਧੱਕੇਸ਼ਾਹੀ ਹੋ ਰਹੀ ਹੈ, ਰਿਪੋਰਟਾਂ ਬਾਹਰ ਆ ਰਹੀਆਂ ਨੇ, ਅਮਰੀਕਾ ਤੱਕ ਜਿਹੜਾ ਉਹ ਆਵਾਜ਼ ਪਹੁੰਚ ਗਈ ਹੈ, ਉੱਥੋਂ ਵੀ ਆ ਕੇ ਟਵੀਟ ਜਿਹੜਾ ਫਿਰ ਇਹ ਕਹਿੰਦੇ ਨੇ ਦਖਲਅੰਦਾਜ਼ੀ ਕਰ ਦਿੱਤੀ ਸਾਡੇ ਮਸਲਿਆਂ ਦੇ ਵਿੱਚ। ਜੇ ਤੁਸੀਂ ਇਸ ਤਰ੍ਹਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰੋਗੇ ਤਾਂ ਕੋਈ ਬੋਲੇਗਾ ਤਾਂ ਤੁਸੀਂ ਉਸ ਉੱਤੇ ਵੀ ਇਲਜ਼ਾਮ ਲਗਾ ਦਿੰਦੇ ਹੋ। ਇਸ ਮਸਲੇ ਉੱਤੇ ਲੀਡਰਾਂ ਦਾ ਨਾਂ ਬੋਲਣਾ ਇਹ ਵੀ ਤਾਂ ਹੈਰਾਨੀਜਨਕ ਹੈ। ਸੁਖਵਿੰਦਰ, ਸਾਡੇ ਦੇਸ਼ 'ਚ ਆਦਤ ਬਣ ਗਈ ਹੈ, ਕੁਛ ਨੂੰ ਇਹ ਇਨਸਾਨ ਸਮਝਦੇ ਆ, ਕੁਛ ਨੂੰ ਅਰਧ ਇਨਸਾਨ ਸਮਝਦੇ ਆ ਸਾਡੇ ਹਾਕਮ, ਔਰ ਕੁਛ ਨੂੰ ਗੈਰ ਇਨਸਾਨ ਸਮਝਦੇ ਆ। ਜਿਹੜੇ ਸੋ ਕਾਲਡ ਦਲਿਤ ਅਨਟੱਚੇਬਲ ਆ, ਉਹਨੂੰ ਇਨਸਾਨੀਅਤ ਦਾ ਦਰਜਾ ਹੀ ਨਹੀਂ ਹੈ। ਉਹ ਸਲੇਵ ਹੋ ਸਕਦੇ ਆ, ਉਹ ਜਾਨਵਰ ਵਾਲਾ ਜੀਵਨ ਉਹਨਾਂ ਨੂੰ ਬਤੀਤ ਕਰ ਲਈ। ਮਨੂ ਸਮ੍ਰਿਤੀ ਪੜ੍ਹ ਲਓ, ਜਿਹਨੂੰ ਨਹੀਂ ਪਤਾ ਹੈ ਕਿ ਕਿਹੋ ਜਿਹਾ ਜੀਵਨ ਉਹਨਾਂ ਨੂੰ ਉਹਦੇ ਵਿੱਚ ਅਲਾਟ ਕੀਤਾ ਗਿਆ, ਤਾਂ ਕਿ ਉਹਨਾਂ ਨੂੰ ਅਨਟੱਚੇਬਲ ਕਿਹਾ ਗਿਆ ਕਿ ਇਹਨਾਂ ਨਾਲ ਤੁਸੀਂ ਕੋਈ, ਇਹਨਾਂ ਦਾ ਹੁੱਕਾ ਪਾਣੀ ਜਾਂ ਕਿਸੇ ਕਿਸਮ ਦਾ ਸੋਸ਼ਲ ਇੰਟਰੈਕਸ਼ਨ ਇਹਨਾਂ ਦੇ ਨਾਲ ਨਹੀਂ ਹੋ ਸਕਦਾ। ਜਾਣੀ ਹੁੱਕਾ ਪਾਣੀ ਮੈਟਾਫੋਰਿਕਲੀ ਵੀ ਇਹ ਬਿਲਕੁਲ ਅਲੱਗ ਰੱਖੇ ਜਾਣੇ ਚਾਹੀਦੇ ਆ। ਜਿਵੇਂ ਮਰਜ਼ੀ ਇਹਨਾਂ ਨੂੰ ਦਬਾਓ, ਦਰੜੋ, ਲੁੱਟੋ, ਕੁੱਟੋ, ਸੈਕਸ਼ੂਅਲੀ ਐਕਸਪਲਾਇਟ ਕਰੋ, ਇਹ ਇਹਨਾਂ ਦੀ ਕਿਸਮਤ ਹੈਗੀ ਆ, ਇਸ ਕਿਸਮ ਦਾ ਐਟੀਟਿਊਡ ਹੈ। ਔਰ ਜਿਹਨੂੰ ਅਰਧ ਇਨਸਾਨ ਮੈਂ ਕਹਿੰਦਾ, ਉਹ ਸ਼ੂਦਰ ਹੈਗੇ ਆ, ਜਿਹਨੂੰ ਫੋਰਥ ਵਰਨਾ ਕਹਿੰਦੇ ਆ, ਇਹ ਫੋਰਥ ਵਰਨਾ ਤੋਂ ਵੀ ਬਾਹਰ ਆ। ਇਸ ਕਰਕੇ ਸਭ ਤੋਂ ਵੱਧ ਮੈਨੂੰ ਗੁੱਸਾ ਇਸੇ ਕਰਕੇ ਆਉਂਦਾ ਕਿ ਇੱਕ ਆਜ਼ਾਦ ਭਾਰਤ ਦੇ ਵਿੱਚ ਜਿਹਦਾ ਸੰਵਿਧਾਨ B.R. ਅੰਬੇਦਕਰ, ਜਿਹੜੇ ਕਿ ਖੁਦ ਦਲਿਤ ਸੀ, ਸਕਾਲਰ ਸੀਗੇ ਔਰ ਦੇਸ਼ ਭਗਤ, ਮੈਂ ਤੇ ਕਹੂੰਗਾ, ਜਿਨ੍ਹਾਂ ਦੇ ਸੰਵਿਧਾਨ ਦੀ ਚੇਅਰਮੈਨਸ਼ਿਪ, ਉਹਨਾਂ ਦੀ ਸੰਵਿਧਾਨ ਉਹਨਾਂ ਦੀ ਚੇਅਰਮੈਨਸ਼ਿਪ 'ਚ ਬਣਿਆ, ਉਸ ਦੇ ਬਾਵਜੂਦ ਵੀ ਅੱਜ ਦੇਸ਼ ਦੇ ਅੰਦਰ ਦਲਿਤਾਂ ਦੀ ਇਹ ਹਾਲਤ ਆ ਕਿ ਉਹਨਾਂ ਨੂੰ ਇੱਕ ਡੰਬ ਐਨੀਮਲ ਦੀ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਆ। ਇਹ ਹੁਣ ਜਦੋਂ ਜਿਵੇਂ ਇਹ ਖਬਰਾਂ ਬਾਹਰ ਆਉਣ ਲੱਗਣਗੀਆਂ, ਜਿਵੇਂ ਇਹੋ ਜਿਹੇ ਤਸ਼ੱਦਦ ਹੋਣ ਵਾਲੇ ਜਿਸ ਕਿਸਮ ਦੇ ਲੋਕ ਹਾਕਮ ਹੈਗੇ ਆ, ਜੋ ਕਿ ਮਨੂ ਸਮ੍ਰਿਤੀ ਨੂੰ ਜ਼ਿਆਦਾ ਆਪਣਾ ਕਨਸਟੀਟਿਊਸ਼ਨ ਮੰਨਦੇ ਆ, ਤੇ ਜਿਹੜਾ ਅੰਬੇਦਕਰ ਜੀ ਵਾਲਾ ਕਨਸਟੀਟਿਊਸ਼ਨ ਹੈ ਉਸ ਨੂੰ ਘੱਟ ਉਹਨਾਂ ਲਈ ਦਿਮਾਗ ਦੇ ਵਿੱਚ ਅਦਬ ਰਹਿੰਦਾ ਆ, ਕਿਉਂਕਿ ਨਹੀਂ ਤੇ ਇਹੋ ਜਿਹੇ ਕਾਨੂੰਨ ਕਿਵੇਂ ਆਉਣਗੇ? ਜਿਹੜੇ ਕਾਨੂੰਨ ਜਿਹੜੇ ਲੇਬਰ ਦੇ ਤੋੜ ਕੇ 44 ਕਾਨੂੰਨ 4 ਲੇਬਰ ਕੋਡ ਲਿਆਂਦੇ ਆ, ਇਹ ਹੈ ਹੀ ਦਲਿਤਾਂ ਤੇ ਹਮਲਾ, ਹੈ ਹੀ ਮਜ਼ਦੂਰਾਂ ਤੇ ਹਮਲਾ। ਇਸ ਦਾ ਮਨ ਇਹ ਹੈ ਕਿ ਜੋ ਸਾਡੇ ਕਨਸਟੀਟਿਊਸ਼ਨ 'ਚ ਫਾਰਮਲੀ ਸੁਖਵਿੰਦਰ ਜੀ ਲਿਖਿਆ, ਇਹ ਵੈਲਫੇਅਰ ਸਟੇਟ ਆ, ਉਹਦੇ 'ਚ ਤੇ ਜਿਹੜਾ ਡਾਇਰੈਕਟਿਵ ਪ੍ਰਿੰਸੀਪਲਸ ਟੂ ਸਟੇਟ, ਉਹਦੇ ਵਿੱਚ ਕਿੰਨਾ ਵੈਲਫੇਅਰ ਲਿਖਿਆ, ਦਲਿਤਾਂ ਦਾ, OBC ਦਾ, ਹੋਰਨਾਂ ਸਾਰਿਆਂ ਦਾ, ਉਸੇ ਦੇ ਆਧਾਰ ਤੇ ਰਿਜ਼ਰਵੇਸ਼ਨ ਆਈ ਸੀਗੀ। ਪਰ ਅੱਜ ਉਹ ਸਾਰਾ ਦਰਕਨਾਰ ਕਰਕੇ ਕੁਝ ਹੋਰ ਹੀ ਕੀਤਾ ਜਾ ਰਿਹਾ।
ਇਹ ਸਟੇਟਮੈਂਟ ਤੁਸੀਂ ਖੱਟਰ ਦੀ ਤੇ ਕੀ ਆਉਣੀ ਆ ਇਹਦੇ ਤੇ, ਤੁਸੀਂ ਦੇਖਿਓ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਉਸੇ ਤਰੀਕੇ ਨਾਲ ਦਲਿਤ ਸਮੁਦਾਇ ਔਰ ਸਾਡੇ ਵਰਕਿੰਗ ਕਲਾਸ ਉਸੇ ਤਰੀਕੇ ਨਾਲ ਵੱਡੇ ਪੱਧਰ ਦੇ ਉੱਤੇ ਸਮੁੰਦਰੀ ਛੱਲਾਂ ਵਾਂਗੂ ਸਾਹਮਣੇ ਆਉਣ ਵਾਲੀ ਹੈ। ਇਹ ਥੋੜਾ ਵਕਤ ਪੈਣ ਦਿਓ, ਆਗੇ ਆਗੇ ਦੇਖੋ ਤਾਂ ਕਿ। ਅੱਛਾ ਪ੍ਰੋਫੈਸਰ ਸਾਹਿਬ, ਹੁਣ ਅਸੀਂ ਗੱਲ ਕਿਸਾਨੀ ਅੰਦੋਲਨ ਦੀ ਕਰਦੇ ਆ। ਰਾਕੇਸ਼ ਟਕੈਤ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ, ਜਿਵੇਂ ਕਿ ਮੈਂ ਪਹਿਲਾਂ ਦੱਸਿਆ, ਥੋੜਾ ਵਿਸਥਾਰ ਵਿੱਚ ਦੱਸ ਦਿੰਦਾ ਕਿ ਉਹ ਮਹਾਪੰਚਾਇਤਾਂ ਕਰ ਰਹੇ ਨੇ ਤੇ ਲੋਕਾਂ ਦੇ ਵਿੱਚ ਸ਼ੰਕੇ ਖੜੇ ਹੋ ਰਹੇ ਨੇ। ਚਾਹਾਂਗੇ ਕਿ ਇਹਨਾਂ ਸ਼ੰਕਿਆਂ ਦੀ ਨਿਵਰਤੀ ਹੋਣੀ ਜਿਹੜੀ ਉਹ ਲਾਜ਼ਮੀ ਹੈ, ਤਾਂ ਕਿ ਕੋਈ ਗਲਤ ਮੈਸੇਜ ਨਾ ਜਾਵੇ ਕਿ ਰਾਕੇਸ਼ ਟਕੈਤ ਨੂੰ ਹੀ ਲੀਡਰ ਕਿਉਂ ਬਣਾਇਆ ਜਾ ਰਿਹਾ ਹੈ, ਕਿ ਉਹਨਾਂ ਨੂੰ ਉਭਾਰਨ ਦੇ ਪਿੱਛੇ ਕਿਹੜੀਆਂ ਸ਼ਕਤੀਆਂ ਕੰਮ ਕਰ ਰਹੀਆਂ ਨੇ, ਕਿ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਜਾ ਰਿਹਾ, ਉਹਨਾਂ ਦੀ ਤਾਕਤ ਘਟਾਉਣ ਦੀ ਕੋਸ਼ਿਸ਼ ਹੈ। ਇਹਦੇ ਉੱਤੇ ਵੀ ਥੋੜਾ ਕਲੀਅਰ ਕਰਕੇ ਦੱਸਿਓ ਕਿ ਆਖਿਰਕਾਰ ਚੱਲ ਕੀ ਰਿਹਾ, ਪਰਦੇ ਦੇ ਪਿੱਛੇ ਚੱਲ ਕੀ ਰਿਹਾ, ਤਾਂ ਕਿ ਜਿਹੜਾ ਕੁਝ ਸੋਸ਼ਲ ਮੀਡੀਆ ਤੇ ਬਹਾਰ ਜਿਹੜਾ ਚੱਲ ਰਿਹਾ ਉਹਨੂੰ ਥੋੜੀ ਠੱਲ ਲੱਗੇ ਕਿ ਆਖਿਰਕਾਰ ਸੱਚ ਕੀ ਹੈ। ਭਾਵੇਂ ਕਿ ਟਕੈਤ ਸਾਹਿਬ ਕਹਿ ਚੁੱਕੇ ਨੇ ਕਿ ਰਾਜੇਵਾਲ ਸਾਹਿਬ ਸਾਡੇ ਲੀਡਰ ਨੇ, ਡਾਕਟਰ ਦਰਸ਼ਨਪਾਲ ਹੁਣੀ ਇਹੀ ਅਗਵਾਈ ਕਰ ਰਹੇ ਨੇ, ਪਰ ਫਿਰ ਵੀ ਥੋੜਾ ਕਲੀਅਰ ਕਰਕੇ ਦੱਸੋ। ਮੈਨੂੰ ਨਹੀਂ ਲੱਗਦਾ ਕਿ ਸੁਖਵਿੰਦਰ ਸਾਨੂੰ ਚੱਲਦੇ ਯੁੱਧ ਵਿੱਚ ਕੋਈ ਇਹੋ ਜਿਹੀਆਂ ਬਹੁਤੀਆਂ ਕਿਆਸ ਰਾਈਆਂ ਲਾ ਕੇ ਇਸ ਚੱਲਦੀ ਮੁਹਿੰਮ ਦੇ ਵਿੱਚ ਕੋਈ ਸ਼ੱਕ ਸ਼ੁਬਾ ਜਿਹੜੇ ਖੜੇ ਕਰਨੇ ਚਾਹੀਦੇ। ਉਹ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿ ਬਹੁਤ ਸਾਰੀਆਂ ਇਹ ਹਮੇਸ਼ਾ ਹੀ ਕੋਸ਼ਿਸ਼ਾਂ ਹੁੰਦੀਆਂ ਆ ਸਟਰਗਲ ਨੂੰ ਕਮਜ਼ੋਰ ਕਰਨਾ, ਲੀਡਰਾਂ ਨੂੰ ਖਰੀਦ ਲੈਣਾ, ਉਹਨਾਂ ਦੇ ਵਿੱਚ ਬੇਇਤਫਾਕੀ ਪੈਦਾ ਕਰ ਦੇਣਾ। ਇਹ ਚਨਕੀਆ ਪਾਲਿਸੀ ਅੱਜ ਤੋਂ ਨਹੀਂ, ਹਰ ਰੂਲਰ ਇਹ ਕਰਦਾ, ਚਨਕੀਆ ਨਹੀਂ ਹੈ, ਹਰ ਰੂਲਰ ਇੰਝ ਹੀ ਕਰਦਾ ਕਿ ਜਿਹੜੇ ਵਿਰੋਧੀ ਧਿਰ ਜਿਨ੍ਹਾਂ ਨੇ ਤੁਹਾਨੂੰ ਚੁਣੌਤੀ ਦਿੱਤੀ ਆ ਉਹਨਾਂ ਨੂੰ ਪਾੜ ਕੇ ਕਮਜ਼ੋਰ ਕਰਕੇ ਆਪਣੀ ਜਗ੍ਹਾ ਕਿਵੇਂ ਬਣਾਉਣੀ ਹੈ। ਇਸ ਲਈ ਜਿਹੜੀ ਤੁਸੀਂ ਗੱਲ ਕਰ ਰਹੇ ਆ ਨਾ ਕਿ ਇੰਜ ਹੋ ਜੂ, ਆ ਨਾ ਹੋ ਜੇ, ਉਹ ਹੋ ਗਿਆ, ਇਹ ਜਨ ਅੰਦੋਲਨ ਹੈ। ਇਹਦੀ ਕਮਾਂਡ ਲੀਡਰਾਂ ਕੋਲ ਨਹੀਂ ਹੈ ਮੇਰੇ ਭਾਈ, ਇਹਦੀ ਕਮਾਂਡ ਜਨਤਾ ਕੋਲ ਆ। ਜਿਹੜਾ ਵੀ ਲੀਡਰ ਮਾੜੀ ਜੀ ਕਤਾਈ ਕੀਤੀ ਉਹ ਹਵਾ ਚ ਉੱਡ ਜਾਊਗਾ, ਜਿਸ ਤਰ੍ਹਾਂ ਸੁੱਕਾ ਘਾਹ ਉੱਡ ਜਾਂਦਾ, ਸੁੱਕਾ ਪੱਤਾ ਡਿੱਗਦਾ ਨਾ, ਇੰਜ ਉਤੋਂ ਲੀਡਰਸ਼ਿਪ ਤੋਂ ਥੱਲੇ ਧਰਤੀ ਤੇ ਡਿੱਗ ਪੂ। ਜਿਵੇਂ ਆਟਮ ਦੇ ਵਿੱਚ ਜਿਹੜਾ ਸੁੱਕੇ ਪੱਤੇ ਜਿਹੜੇ ਦਰਖਤਾਂ ਦੇ ਗਿਰਦੇ ਆ, ਕਈਆਂ ਨੇ ਕੋਸ਼ਿਸ਼ ਕੀਤੀ ਨਾ, ਕਿੱਥੇ ਗਏ ਉਹ? ਤੁਹਾਡੇ ਸਾਹਮਣੇ ਹੀ ਆ, ਪਿੱਛੇ ਲੋਕਾਂ ਨੇ ਇੱਕਦਮ ਦਰਕਾਰਤਾ। ਇਹਦੀ ਕਮਾਂਡ ਆਮ ਜਨਤਾ ਜਿਹੜੀ ਚੰਡੀਗੜ੍ਹ ਦੇ ਜਾਂ ਪੰਜਾਬ ਦੇ ਜਾਂ ਹੋਰ ਜਗ੍ਹਾ ਜਗ੍ਹਾ ਹਰਿਆਣਾ ਯੂਪੀ ਦੇ ਪਿੰਡੋ ਪਿੰਡੀ ਚੁਰਾਹਿਆਂ ਦੇ ਵਿੱਚ ਝੰਡੇ ਲੈ ਕੇ ਖੜੀ ਆ, ਉਹ ਇਹਦੀ ਕਮਾਂਡ ਕਰ ਰਹੀ ਹੈ। ਇੰਜ ਨਾ ਸਮਝੋ ਕਿ ਇਹ ਕਿਤੇ ਵੀ ਕਰਕੇ ਤੇ ਆਪਣਾ ਜੋ ਵੀ ਉੱਤੇ ਕੁਝ ਗੰਢ ਧੁੱਪ ਕਰਕੇ ਜਾਂ ਕੋਈ ਆਂਗਣ ਛਾਂਗਣ ਮੰਗਣ ਜਿਹਾ ਕਰਕੇ ਤੇ ਐਜੀਟੇਸ਼ਨ ਨੂੰ ਲਪੇਟ ਕੇ ਰੱਖ ਦੇਣਗੇ। ਲੋਕ ਇਹਨਾਂ ਨੂੰ ਲਪੇਟ ਦੇਣਗੇ ਇਸ ਤਰ੍ਹਾਂ। ਪਹਿਲਾਂ ਤੇ ਇਹ ਗੱਲ ਨੂੰ ਜੇ ਇਹ ਅਜ਼ੰਪਸ਼ਨ ਆ ਤੇ ਇਹ ਨਹੀਂ ਕਿ ਟਕਾਇਤ ਦੀ ਜੇਬ ਚ ਪਏ ਆ ਲੋਕ। ਟਕਾਇਤ ਜੇ ਸ਼ੱਕ ਜ਼ਰੂਰ ਕਰਦੇ ਹੁੰਦੇ ਆ ਲੋਕ, ਅੱਖ ਰੱਖਣੀ ਚਾਹੀਦੀ ਹੈ, ਸ਼ੱਕ ਨਹੀਂ ਕਰਨਾ ਚਾਹੀਦਾ। ਸਾਨੂੰ ਸਤਰਕ ਰਹਿਣਾ ਚਾਹੀਦਾ, ਚੇਤਨ ਰਹਿਣਾ ਚਾਹੀਦਾ, ਦੇਖਦੇ ਰਹਿਣਾ ਚਾਹੀਦਾ, ਸੁਣਦੇ ਰਹਿਣਾ ਚਾਹੀਦਾ। ਪਰ ਸ਼ੱਕ ਨੂੰ ਪਬਲਿਕਲੀ ਤੁਸੀਂ ਆਪਾਂ ਕਰਨ ਲੱਗ ਜਾਈਏ, ਮੇਰਾ ਖਿਆਲ ਸ਼ੱਕ ਜਿਹੜੀ ਹੈ ਸਭ ਤੋਂ ਵੱਡੀ ਸਾਈਕੋਲੋਜੀਕਲ ਬਿਮਾਰੀ ਹੈਗੀ ਹੈ। ਸ਼ੱਕ ਵੀ ਇੱਕ ਆਪਣੇ ਆਪ ਚ ਪੈਥੋਲੋਜੀ ਹੈਗੀ। ਮੈਂ ਅਗਲੀ ਗੱਲ ਕਰਦਾ, ਜਿਹੜੀ ਜੀਂਦ ਦੇ ਵਿੱਚ ਹੁਣੇ ਮਹਾਸਭਾ 3-4 ਦਿਨ ਪਹਿਲਾਂ ਹੋ ਕੇ ਹਟੀ ਹੈ, ਕਾਂਡਲਾ ਕਿ ਕਿਹੜੀ, ਮੈਨੂੰ ਉਹਦਾ ਨਾਂ ਜਗ੍ਹਾ ਦਾ ਭੁੱਲ ਜਾਂਦਾ ਆ, ਕੰਡੇਲਾ ਦੇ ਵਿੱਚ ਹੋ ਕੇ ਹਟੀ ਹੈ। ਉਹਦੇ ਵਿੱਚ ਰਾਜੇਵਾਲ ਵੀ ਸੀਗੇ ਤੇ ਟਕਾਇਤ ਵੀ ਸੀਗੇ, ਤੇ ਟਕਾਇਤ ਨੇ ਇਹਨਾਂ ਸ਼ੱਕ ਸ਼ੁਬਿਆਂ ਨੂੰ ਦੂਰ ਕਰਨ ਲਈ ਸਾਫ਼-ਸਾਫ਼ ਕੰਡੇਲਾ ਦੇ ਵਿੱਚ ਕਿਹਾ ਕਿ ਦੇਖੋ ਸਾਡੇ ਲੀਡਰ ਰਾਜੇਵਾਲ, ਔਰ ਇਹ ਮੋਰਚਾ ਸ਼ਿਫਟ ਗਾਜ਼ੀਪੁਰ ਨੂੰ ਨਹੀਂ ਹੋਇਆ, ਇਹ ਮੋਰਚਾ ਇੱਥੇ ਹੀ ਹੈ, ਸਿੰਘੂ ਬਾਰਡਰ ਤੇ ਹੀ ਜਿਹੜੀ ਇਹਦੀ ਲੀਡਰਸ਼ਿਪ ਸਾਰੀ ਬੈਠੀ ਹੈ। ਉਹ ਲੀਡਰਸ਼ਿਪ ਟੋਟਲ ਮੋਰਚੇ ਦੀ ਕਿਸਾਨ ਐਜੀਟੇਸ਼ਨ ਦੀ ਸਿੰਘੂ ਬਾਰਡਰ ਤੇ ਹੈ, ਜਾਂ ਜਾਨੀ ਜਿਸ ਤਰ੍ਹਾਂ ਟਿਕਰੀ ਤੇ ਕਹਿ ਲਓ, ਜਾਂ ਜਿਵੇਂ ਤੁਸੀਂ ਕਹਿ ਲਓ ਪਹਿਲਾਂ ਸੀਗੀ, ਕਿ ਇੱਕ ਗਲਤ ਪ੍ਰਭਾਵ ਦਿੱਤਾ ਜਾ ਰਿਹਾ ਕਿ ਸਾਰੀ ਦੀ ਸਾਰੀ ਸ਼ਕਤੀ ਜਿਹੜੀ ਆ ਹੁਣ ਗਾਜ਼ੀਪੁਰ ਟਕਾਇਤ ਜਾਂ ਉਸ ਮੋਰਚੇ ਤੇ ਚਲੇ ਗਈ ਹੈ। ਇਹ ਗੱਲ ਕਹੀ। ਹੁਣ ਅੱਜ ਵੀ ਇੱਕ ਹੁਣੇ ਚਰਖੀ ਦਾਦਰੀ ਦੇ ਵਿੱਚ ਮਹਾਪੰਚਾਇਤ ਹੋ ਕੇ ਹਟੀ ਹੈ, ਤਾਂ ਉਸ ਪੰਚਾਇਤ ਦੇ ਵਿੱਚ ਵੀ ਤਿੰਨੇ ਲੀਡਰ ਗਏ ਆ, ਜਿਹਦੇ ਵਿੱਚ ਡਾਕਟਰ ਦਰਸ਼ਨਪਾਲ ਜਿਹੜੇ ਕੋਆਰਡੀਨੇਟਰ ਹੈਗੇ ਆ ਕਮੇਟੀ ਦੇ, ਇਸੇ ਤਰੀਕੇ ਦੇ ਨਾਲ ਬਲਬੀਰ ਸਿੰਘ ਰਾਜੇਵਾਲ ਗਏ ਆ, ਟਕਾਇਤ ਗਏ। ਇਹ ਗੱਲਾਂ ਸਾਫ਼ ਦੱਸਦੀਆਂ ਆ ਕਿ ਜਿਹੜੀਆਂ ਇਹਨਾਂ ਸੂਬਿਆਂ 'ਚ ਵੀ ਪੰਚਾਇਤਾਂ ਹੋ ਰਹੀਆਂ, ਉਹਦੇ 'ਚ ਵੀ ਕਲੈਕਟਿਵ ਲੀਡਰਸ਼ਿਪ ਆ, ਲੀਡਰਸ਼ਿਪ ਦਾ ਇੱਕ ਦੂਜੇ ਦੇ ਉੱਤੇ ਭਰੋਸਾ ਹੈਗਾ ਆ। ਹਾਂ, ਇੰਜ ਜਿਹੜੀ ਹੁੰਦੀਆਂ ਨਾ ਕਨਸਪੀਰੇਸੀ ਥੀਰੀਜ਼ ਜਿਨ੍ਹਾਂ ਨੂੰ ਕਹਿੰਦੇ ਆ, ਕੁਝ ਇਹੋ ਜਿਹੀ ਚੱਲਣਾ ਕਿ ਇਹਦੇ ਵਿੱਚ ਕੋਈ ਪਿੱਛੇ ਸਾਜ਼ਿਸ਼ ਹੈਗੀ ਆ, ਸਰਕਾਰ ਜਾਣ ਬੁੱਝ ਕੇ ਉੱਥੇ ਵੱਡੀਆਂ ਮਹਾਪੰਚਾਇਤਾਂ ਕਰਵਾ ਰਹੀ ਆ, ਇਹ ਸਰਕਾਰ ਕਰਵਾ ਰਹੀ ਆ। ਇਹ ਤੇ ਮੇਰਾ ਖਿਆਲ ਹੈ ਸਰਕਾਰ ਨੂੰ ਅਸੀਂ ਜ਼ਿਆਦਾ ਇੰਪੋਰਟੈਂਸ ਦੇ ਰਹੇ ਹਾਂ। ਲੋਕ ਖੁਦ ਵੀ ਸੁਖਵਿੰਦਰ
ਜੀ 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 ਪ੍ਰੋਫੈਸਰ ਸਾਹਿਬ, ਇਹ ਮੈਂ ਇਸ ਕਰਕੇ ਕਿਹਾ ਸੀਗਾ ਕਿ ਇਹਦੇ ਨਾਲ ਜਿਹੜਾ ਆ, ਜਿਹੜੇ ਸ਼ੰਕੇ ਜਿਹੜੇ ਨੇ ਉਹਨਾਂ ਦੀ ਨਿਵਰਤੀ ਹੋਣੀ ਵੀ ਜ਼ਰੂਰੀ ਹੈ। ਅਸੀਂ ਆਵਾਜ਼ ਇਸੇ ਕਰਕੇ ਲੋਕਾਂ ਦੀ ਜਿਹੜੀ ਲੋਕਾਂ ਦੇ ਵਿੱਚ ਗੱਲ ਚੱਲ ਰਹੀ ਹੈ ਉਹਨੂੰ ਲਿਆ ਕੇ ਮੀਡੀਆ ਸਾਹਮਣੇ ਰੱਖਦਾ ਹੈ ਕਿ ਆਖਿਰਕਾਰ ਇਸ ਗੱਲ ਦਾ ਨਿਚੋੜ ਕੀ ਹੈ, ਕਿਉਂਕਿ ਸਵਾਲ ਬਹੁਤ ਤਰ੍ਹਾਂ ਦੇ ਖੜੇ ਹੁੰਦੇ ਨੇ। ਜੀ ਜੀ ਬਿਲਕੁਲ। ਤੇ ਮੈਂ ਇੱਕ ਹੋਰ ਗੱਲ ਤੁਹਾਨੂੰ ਪੁੱਛਣੀ ਸੀ ਕਿ ਜਿਵੇਂ ਹੁਣ ਤੁਸੀਂ ਦੇਖਿਆ ਕਿ ਲੀਡਰਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ, ਜਿਹੜੇ ਦੋ ਲੀਡਰ ਨੇ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ, ਉਹਦੇ ਉੱਤੇ ਵੀ ਕਿਸਾਨ ਜਥੇਬੰਦੀਆਂ ਨੂੰ ਜਵਾਬ ਦੇਣਾ ਚਾਹੀਦਾ ਕਿ ਮਸਲਾ ਕੀ ਸੀਗਾ। ਕਿਉਂ ਨਾ ਕੀਤਾ ਜਾਏ ਸੁਖਵਿੰਦਰ ਜੀ, ਉਹ ਕੀਤਾ, ਉਹ ਚੁੱਪ ਕਰਕੇ ਕੀਤਾ, 29 ਜਨਵਰੀ ਦਾ ਕੀਤਾ, ਹੁਣ ਬਾਹਰ ਆਇਆ, ਨਾ ਉਹਨਾਂ ਲੀਡਰਾਂ ਨੇ ਦੱਸਿਆ, ਨਾ ਕਿਸਾਨ ਮੋਰਚੇ ਵਾਲਿਆਂ ਨੇ, ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਲੀਡਰਸ਼ਿਪ ਆ, ਫਰੰਟ ਆ, ਉਹਨਾਂ ਨੇ ਦੱਸਿਆ। ਇਹ ਉਹਨਾਂ ਨੂੰ ਚੁੱਪ ਕਰਕੇ ਦਿੱਤਾ ਸੀਗਾ। ਉਹਦੀ ਹੁਣ 3 ਮੈਂਬਰੀ ਕਮੇਟੀ ਬਣ ਗਈ ਆ। 5 ਮੈਂਬਰੀ ਕਮੇਟੀ ਨੇ ਉਹਨਾਂ ਨੂੰ ਦੰਡਿਤ ਕੀਤਾ ਕਿਉਂਕਿ ਉਹਨਾਂ ਕੋਲ ਡਾਕੂਮੈਂਟਰੀ ਐਵੀਡੈਂਸ ਆਏ ਕਿ ਇਹ ਜਿਹੜਾ ਪ੍ਰਸਕ੍ਰਾਈਬਡ ਰੂਟ ਸੀ 26 ਜਨਵਰੀ ਦਾ, ਉਹਦੇ ਤੇ ਚੱਲਣ ਦੀ ਜਗ੍ਹਾ ਲਾਲ ਕਿਲੇ ਵੱਲ ਚਲੇ ਗਏ ਸੀ। ਤੁਸੀਂ ਇਹ ਦੇਖੋ, ਇਮੇਜਿਨ ਕਰੋ ਕਿ ਜੇ ਟਕਾਇਤ ਉਦਣ ਸਰੈਂਡਰ ਕਰ ਜਾਂਦੇ ਜਾਂ ਕਿਸੇ ਤਰੀਕੇ ਨਾਲ ਉਹਨਾਂ ਨੂੰ ਦਬੋਚ ਲਿਆ ਜਾਂਦਾ ਜਾਂ ਉਹਨਾਂ ਦੀ ਉਹ ਉੱਥੇ ਉਹਨਾਂ ਨੂੰ ਡਿਸਕਰੇਜ ਕਰਕੇ ਟਰੈਪ ਕਰ ਲਿਆ ਜਾਂਦਾ, ਤਾਂ ਸਾਰੀ ਮੂਵਮੈਂਟ ਦਾ ਭੋਗ ਪਾਉਣ ਵਾਲੇ ਇਹ ਬੰਦਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਤੁਸੀਂ ਬਚਪਨਾ ਨਹੀਂ ਕਰ ਸਕਦੇ। ਮੈਂ ਤਾਂ ਇਹ ਤੁਹਾਨੂੰ ਗੱਲ ਕਹਿਣਾ ਨਾ, ਭਾਵੇਂ ਉਹ ਟਕਾਇਤ ਹੋਵੇ, ਭਾਵੇਂ ਸਰਜੀਤ ਸਿੰਘ ਫੂਲ ਹੋਵੇ, ਭਾਵੇਂ ਉਹ ਸੰਘਾ ਸਾਹਿਬ ਹੁਣ ਦੁਆਬਾ ਕਮੇਟੀ ਵਾਲੇ, ਸਾਰੇ ਹੀ ਸਾਡੇ ਬੜੇ ਆਨਰੇਬਲ ਰਿਸਪੈਕਟਡ ਲੀਡਰ ਹੈਗੇ, ਉਹਨਾਂ ਦੀ ਆਪਣੀ ਆਪਣੀ ਫੋਲੋਇੰਗ ਹੈਗੀ। ਪਰ ਕਿਤੇ ਵੀ ਤੁਸੀਂ ਜਿਹੜੀ ਕਲੈਕਟਿਵ ਲੀਡਰਸ਼ਿਪ ਆ ਉਹਦੇ ਤੋਂ ਜੇ ਬਾਹਰ ਜਾਓਗੇ, ਬਾਗੀ ਹੋ ਕੇ ਜਾਓਗੇ, ਤਾਂ ਦੇਖੋ ਸੇਕ ਤੇ ਲੱਗੂਗਾ। ਉਹ ਤੇ ਮੈਂ ਹੋਵਾਂ ਤੇ ਮੈਨੂੰ ਵੀ ਤਿਆਰ ਰਹਿਣਾ ਚਾਹੀਦਾ, ਮੈਨੂੰ ਖਿੜੇ ਮੱਥੇ ਉਹ ਸਜ਼ਾ ਲੈਣੀ ਚਾਹੀਦੀ ਆ ਕਿ ਮੇਰੇ ਕੋਲ ਗਲਤੀ ਹੋ ਗਈ, ਮਾਫ ਕਰੋ, ਜੋ ਸਜ਼ਾ ਦੇਣੀ ਆ ਦਿਓ। ਕਿਸਾਨ ਲੀਡਰ, ਮੈਨੂੰ ਪੱਕਾ ਪਤਾ ਕਿ 2 ਵਾਰੀ ਮੈਂ ਆਪ ਅੱਖੀ ਦੇਖ ਚੁੱਕਾ, ਜਦੋਂ ਉਹਨਾਂ ਨੂੰ ਪਤਾ ਲੱਗ ਜੇ ਕਿ ਇਹਨਾਂ ਨੂੰ ਅਹਿਸਾਸ ਹੋ ਗਿਆ ਆਪਣੀ ਕਮੀ ਦਾ, ਗਲਤੀ ਦਾ, ਹਾਲਾਂਕਿ ਉਹ ਬੜੀ ਖਤਰਨਾਕ ਗਲਤੀ ਸੀ, ਛੋਟੀ ਨਹੀਂ। ਉਹ ਅਜੇ ਤੱਕ ਪ੍ਰਧਾਨ ਮੰਤਰੀ ਤੋਂ ਲੈ ਕੇ ਥੱਲੇ ਤੱਕ ਉਹਦਾ ਰੋਜ਼ ਗੁਣਗਾਨ ਕੀਤਾ ਜਾਂਦਾ ਕਿ ਦੇਖੋ ਜੀ ਐਡਾ ਵੱਡਾ ਇਹਨਾਂ ਨੇ ਕਰੋਪੀ ਕਰਤੀ, ਜਿਵੇਂ ਕਿ ਪੂਰੀ ਦੇਸ਼ ਧਰੋਈ ਹੋ ਗਈ ਹੋਵੇ। ਗੱਲ ਠੀਕ ਸੀ, ਲੋਕਾਂ ਦੇ ਪ੍ਰੋਟੈਸਟ ਦੀ ਸੀ, ਥੋੜਾ ਉਹ ਵੱਡੇ ਤੌਰ ਤੇ ਹੋ ਗਿਆ, ਉਹਦੇ ਚ ਪੁਲਿਸ ਦੀ ਵੀ ਬੜੀ ਅਹਿਮ ਭੂਮਿਕਾ ਸੀ, ਕੱਲੀ ਕਿਸਾਨ ਲੀਡਰਾਂ ਦੀ ਨਹੀਂ ਸੀ। ਉਹ ਵਾਪਸ ਹੋ ਜਾਣਗੇ। 3 ਮੈਂਬਰੀ ਕਮੇਟੀ ਹੈਗੀ ਆ, ਉਹ ਉਹਨਾਂ ਨੂੰ ਐਕਸਪਲੇਨ ਕਰਕੇ, ਕੁਝ ਲਿਖਤ ਪੜਤ ਕਰਕੇ ਕਿ ਅੱਗੇ ਤੋਂ ਇਹੋ ਜਿਹੀ ਗਲਤੀ ਨਹੀਂ ਕਰਨੀ, ਵਾਪਸ ਆ ਜਾਣਗੇ। ਅੱਗੇ ਲੱਖੋਵਾਲ ਇਸੇ ਤਰ੍ਹਾਂ ਆਇਆ, ਹੋਰ ਵੀ ਗੁਰਨਾਮ ਸਿੰਘ ਚੜੂਨੀ ਦੀ ਇਹੋ ਜਿਹੀ ਗੱਲ ਹੋਈ ਸੀ, ਉਹ ਵੀ ਮੈਂਬਰੀ ਸਾਹਮਣੇ ਪੇਸ਼ ਹੋ ਕੇ ਆ ਗਿਆ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ, ਸਾਡੇ ਸੁਣਨ ਵਾਲਿਆਂ ਨੂੰ ਵੀ ਤੇ ਤੁਹਾਨੂੰ ਵੀ ਸੁਖਵਿੰਦਰ, ਕਿਉਂਕਿ ਤੁਸੀਂ ਵੀ ਇੱਕ ਐਂਕਰ ਹੈਗੇ ਆ, ਆਵਾਜ਼ ਹੈਗੇ ਆ ਲੋਕਾਂ ਦੀ, ਅੱਗੇ ਆਵਾਜ਼ ਪਹੁੰਚਾਉਣੀ ਹੁੰਦੀ ਹੈ। ਚੱਲਦੀ ਮੂਵਮੈਂਟ ਦੇ ਵਿੱਚ ਜ਼ਿਆਦਾ ਕਿੰਤੂ ਪਰੰਤੂ ਦੀ ਜਗ੍ਹਾ ਨਹੀਂ ਹੁੰਦੀ। ਸ਼ੱਕ ਸੁਭਾ ਕਰੀ ਜਾਣੇ, ਕਾਂਸਪੀਰੇਸੀ ਬਾਰੇ ਸੋਚੀ ਜਾਣਾ, ਉਹ ਹੋ ਗਿਆ, ਇਹ ਹੋ ਗਿਆ। ਆਪਾਂ ਆਪਣੀ ਆਪਣੀ ਭੂਮਿਕਾ ਲਗਾਤਾਰ ਨਿਭਾਈਏ, ਬੁਲੰਦੀ 'ਚ ਰਹੀਏ। ਕਿੰਨੇ ਝੱਡੇ ਡਿੱਗ ਪੈਣਗੇ, ਕੋਈ ਗੱਲ ਨਹੀਂ ਹੈ। ਕਿੰਨੇ ਲੋਕ ਜਦੋਂ ਯੁੱਧ ਦੇ ਵਿੱਚ ਮਰਦੇ ਆ, ਪਰ ਜਦ ਤੱਕ ਤੁਹਾਡਾ ਕਮਾਂਡਰ, ਜਦ ਤੱਕ ਜਿਹੜੀ ਪੂਰੀ ਫੌਜ ਨਹੀਂ ਹਾਰਦੀ, ਉਦੋਂ ਤੱਕ ਹਾਰ ਨਹੀਂ ਮੰਨੀ ਜਾਂਦੀ। ਆਖਰੀ ਸਿਪਾਹੀ ਦੇ ਦਮ ਤੱਕ ਫੌਜ ਲੜਦੀ ਰਹਿੰਦੀ ਹੈ। ਇੱਥੇ ਤੇ ਸਾਰਾ ਪੰਜਾਬ, ਹਰਿਆਣਾ, ਯੂਪੀ, ਦੇਸ਼ ਸਾਰਾ, ਕਈਆਂ ਸੂਬਿਆਂ ਦੀਆਂ ਸਰਕਾਰਾਂ ਦੇ ਰੈਜ਼ੋਲੂਸ਼ਨ ਹੋ ਗਏ ਆ। ਇਹ ਛੋਟੀ ਮੂਵਮੈਂਟ ਨਹੀਂ ਹੈ। ਇਹ ਕਿਸੇ ਵੀ ABC ਦੀ ਜੇਬ ਚ ਨਹੀਂ ਹੈ ਕਿ ਜਾ ਕੇ ਸਮਝੌਤਾ ਕਰਕੇ ਹਵਾ ਕੱਢ ਦੂਗਾ ਨਾ। ਉਹ ਬੰਦੇ ਦੀ ਹਵਾ ਨਿਕਲ ਜਾਊਗੀ, ਉਹ ਆਪਣੇ ਆਪ ਨੂੰ ਸੁਸਾਈਡ ਕਰ ਰਿਹਾ ਹੋਊਗਾ ਜੇ ਉਹ ਇਕੱਠ ਚੋਂ ਬਾਹਰ ਜਾ ਕੇ ਕੁਝ ਵੀ ਵੱਡੀ ਕਤਾਈ ਕਰਦਾ। ਮੇਰਾ ਖਿਆਲ ਹੈ ਕਿ ਆਪਾਂ ਨੂੰ ਸੰਯੁਕਤ ਮੋਰਚੇ ਦੀ ਜਿਹੜੀ ਕਿਸਾਨੀ ਦਾ ਹੈਗਾ, ਉਹਦੀ ਬੜੀ ਮੈਚੁਰ ਲੀਡਰਸ਼ਿਪ ਦੇ ਵਿੱਚ ਭਰੋਸਾ ਰੱਖਣਾ ਚਾਹੀਦਾ। ਤੇ ਸਗੋਂ ਜੇ ਕੋਈ ਊਚ ਨੀਚ ਹੋਵੇ, ਉਹ ਚੁੱਪ ਕਰਕੇ ਪ੍ਰਾਈਵੇਟਲੀ ਉਹਨਾਂ ਨੂੰ ਨੋਟ ਕਰਾਉਂਦੇ ਰਹਿਣਾ ਚਾਹੀਦਾ ਤੇ ਆਪ ਓਪਨਲੀ ਉਸ ਦੇ ਵਕੀਲ ਬਣ ਕੇ, ਉਸ ਦੇ ਇੱਕ ਸਿਪਾਹੀ ਬਣ ਕੇ, ਉਹਦੇ ਇੱਕ ਇੰਟੈਲੈਕਚੁਅਲ ਜਿਹੜੇ ਆਪਾਂ ਡਿਫੈਂਡਰ ਬਣ ਕੇ ਸਾਨੂੰ ਆਪਣੀ ਜਿਹੜੀ ਭੂਮਿਕਾ ਨਿਭਾਉਂਦੇ ਰਹਿਣਾ ਚਾਹੀਦਾ। ਸੁਖਵਿੰਦਰ, ਪ੍ਰੋਫੈਸਰ ਸਾਹਿਬ, ਮੇਰਾ ਆਖਰੀ ਸਵਾਲ ਹੁਣ ਇਹ ਆ ਕਿ ਕਿਸਾਨਾਂ ਨੂੰ ਨਵੇਂ ਪ੍ਰਸਤਾਵ ਦੀ ਉਡੀਕ ਹੈ। ਸਰਕਾਰ ਕਹਿੰਦੀ ਹੈ ਕਿ ਸਾਡੇ ਨਾਲ ਗੱਲਬਾਤ ਕਰੋ, ਕਿਸਾਨ ਵੀ ਕਹਿੰਦੇ ਨੇ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ। ਕੀ ਮੰਨਦੇ ਹੋ ਕਿ ਨਵੇਂ ਪ੍ਰਸਤਾਵ ਵੱਲ ਵਧਣਾ ਚਾਹੀਦਾ ਹੈ? ਗੱਲ ਤਾਂ ਉੱਥੇ ਹੀ ਅੜੀ ਹੋਈ ਹੈ ਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਸਮਾਂ ਦੇ ਦਿੰਦੇ ਆ, ਸੋਧਾ ਕਰਨ ਨੂੰ ਤਿਆਰ ਆ, ਕਿਸਾਨ ਕਹਿੰਦੇ ਨੇ ਕਿ ਕਾਨੂੰਨ ਨੂੰ ਰੱਦ ਕਰ ਦਿਓ। ਦੇਖੋ ਸੁਖਵਿੰਦਰ, ਕਿਹਦੀ ਏਡੀ ਵੱਡੀ ਠੱਗੀ ਹੈਗੀ ਆ, ਕਿਹਨੇ ਕਿਸਾਨਾਂ ਨੂੰ ਧੋਖਾ ਦਿੱਤਾ, ਕਿਹੜਾ ਕਾਰਪੋਰੇਟਾਂ ਦੇ ਕੰਧਿਆਂ ਮੋਢਿਆਂ ਤੇ ਚੜ ਕੇ ਦੂਜਿਆਂ ਤੇ ਫਾਇਰ ਕਰ ਰਿਹਾ? ਇਹ ਸਰਕਾਰ ਹੈਗੀ ਆ। ਅੱਜ ਦੀ ਤਰੀਕ ਦੇ ਵਿੱਚ ਹਾਲਤ ਇਹ ਬਣੀ ਆ ਕਿ ਇਹਨਾਂ ਦਾ ਪਹਿਲਾਂ ਇੱਕ MP ਰਹਿ ਚੁੱਕਾ ਆ ਰਾਜ ਸਭਾ ਦਾ, ਰਘੁਨੰਦਨ ਸ਼ਰਮਾ, ਮੱਧ ਪ੍ਰਦੇਸ਼ ਤੋਂ, RSS ਦਾ ਸਿਰ ਕੱਢ ਲੀਡਰ ਆ। ਉਹਨੇ ਖੁਦ ਹੀ
ਫਟਕਾਰ ਪਾਈ ਹੈ ਇਸ ਨੂੰ ਨਰਿੰਦਰ ਸਿੰਘ ਤੋਮਰ ਨੂੰ, ਐਗਰੀਕਲਚਰ ਮਿਨਿਸਟਰ ਨੂੰ, ਜਦੋਂ ਐਗਰੀਕਲਚਰ ਮਿਨਿਸਟਰ ਨੇ ਰਾਜ ਸਭਾ 'ਚ ਇਹ ਪਰਸੋਂ ਬਿਆਨ ਦੇ ਦਿੱਤਾ ਕਿ ਦੇਖੋ ਜੀ ਇਹ ਕਾਨੂੰਨ ਤੇ ਠੀਕ ਆ, ਅਮਰੀਕਾ ਤੋਂ ਥੋੜੀ ਜਿਹੀ ਥਾਪੜਾ ਲੈ ਕੇ ਅਮਰੀਕਾ ਨੇ ਥੋੜਾ ਕਹਿਤਾ, ਉਹਨਾਂ ਦੀ ਗਵਰਨਮੈਂਟ ਨੇ ਜੀ ਕਾਨੂੰਨ ਤੇ ਠੀਕ ਹੈ, ਕੋਈ ਗੱਲ ਨਹੀਂ ਹੈ, ਪਰ ਕਿਸਾਨਾਂ ਦਾ ਵੀ ਧਿਆਨ ਰੱਖੋ। ਇਹ ਗੱਲ ਉਹਨਾਂ ਦੀ ਬੜੀ ਮੰਦਭਾਗੀ ਆ, ਬਿਲਕੁਲ ਨਹੀਂ ਇਸ ਚੱਲਦੀ ਮੂਵਮੈਂਟ ਦੇ ਵਿੱਚ ਉਹਨਾਂ ਨੂੰ ਇਹੋ ਜਿਹਾ ਬਿਆਨ ਦੇਣਾ ਚਾਹੀਦਾ। ਭਾਰਤ ਦੇ ਕਿਸਾਨ ਕਦੀ ਨਹੀਂ ਇਸ ਬਿਆਨ ਨੂੰ ਭੁੱਲਣਗੇ, ਕਿਉਂਕਿ ਉਹਨਾਂ ਨੂੰ ਮਦਦ ਦੀ ਜਗ੍ਹਾ ਤੁਸੀਂ ਕਿ ਸਰਕਾਰ ਦੇ ਨਾਲ ਖੜੇ ਆ, ਇਹ ਤੇ ਇੱਕ ਬਹੁਤ ਹੀ ਕਿਸੇ ਦੇ ਨਾਲ ਧਰੋ ਕਮਾਉਣ ਵਾਲੀ ਗੱਲ ਹੈ। ਉਹਦੇ ਤੋਂ ਇਹ ਹਿੰਮਤ ਕਰਕੇ ਨਰਿੰਦਰ ਤੋਮਰ ਜੀ ਇਹ ਬਿਆਨ ਦਿੰਦੇ ਆ ਕਿ ਜੋ ਕਾਨੂੰਨ ਠੀਕ ਹੈਗੇ ਆ, ਤੇ ਫਿਰ 11 ਮੀਟਿੰਗਾਂ ਦੇ ਵਿੱਚ ਝੱਖ ਮਾਰ ਰਹੇ ਸੀ, ਕੀ ਕਰ ਰਹੇ ਸੀਗੇ, ਕਿਉਂ ਕਹਿ ਰਹੇ ਸੀਗੇ ਕਿ ਅਸੀਂ ਇਹਨਾਂ ਨੂੰ ਸਸਪੈਂਡ ਕਰ ਦਿੰਦੇ, ਕਿਉਂ ਕਹਿੰਦੇ ਸੀਗੇ ਅਸੀਂ ਸਾਰਾ ਕੁਝ ਬਦਲਣ ਲਈ ਤਿਆਰ ਆ, ਸਿਰਫ ਇਹਦਾ ਬਾਹਰਲਾ ਖੋਖਾ ਰੱਖ ਲਓ। ਕਿਤੇ ਨਾ ਕਿਤੇ ਤੈਨੂੰ ਇਹ ਗੱਲਾਂ ਦੇ ਉੱਤੋਂ ਫਿਰ ਦੁਬਾਰਾ ਤੁਸੀਂ ਉਸੇ ਗੱਲ ਤੇ ਆ ਗਏ ਆ। ਉਸ ਜਿਹੜੇ ਸਾਡੇ ਰਘੁਨੰਦਨ ਸ਼ਰਮਾ ਹੈਗੇ ਆ ਸੁਖਵਿੰਦਰ, ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਇਹਨਾਂ ਦੀ ਐਰੋਗੈਂਸ, ਹਉਮੈ, ਇਹ ਕੋਈ ਵੀ ਜਿਹੜੀ ਹਉਮੈ ਦਿਖਾ ਰਹੇ ਆ, ਇਹ ਕੋਈ ਦੇਸ਼ ਭਗਤੀ ਨਹੀਂ, ਨਾ ਦੇਸ਼ ਦੇ ਹਿੱਤ ਵਿੱਚ ਆ। ਜੇ ਕਿਸਾਨ ਮਰਦਾ, ਕਿਸਾਨ ਕੁਝ ਨਹੀਂ, ਤੇ ਤੁਸੀਂ ਜ਼ਬਰਦਸਤੀ ਉਹਨੂੰ ਕਿਉਂ ਉਹਦੇ ਤੇ ਕਾਨੂੰਨ ਠੋਸ ਰਹੇ ਆ, ਵਾਪਸ ਲਓ ਇਹ ਕਾਨੂੰਨ। ਉਹਨਾਂ ਨੇ ਇਹ ਗੱਲ ਕਹੀ ਜਦੋਂ ਖੁਦ ਉਹਨਾਂ ਦੀ RSS ਇਹ ਗੱਲ ਕਹਿਣ ਲੱਗ ਗਈ ਹੈ। ਮਾਮਲਾ ਤੇ ਸੋਚਣ ਲਈ ਬਣਦਾ, ਔਰ ਮੈਨੂੰ ਲੱਗਦਾ ਕਿ ਇਸ ਗੱਲ ਦਾ ਹੱਲ ਸਰਕਾਰ ਕੱਢੂਗੀ, ਕਿਉਂਕਿ ਸਿਆਪਾ ਖੜਾ ਸਰਕਾਰ ਨੇ ਕੀਤਾ, ਕਿਸਾਨਾਂ ਨੇ ਨਹੀਂ ਕੀਤਾ। ਕਿਸਾਨ ਤੇ ਉਸ ਦੀ ਜਾਨੀ ਪ੍ਰੋਟੈਸਟ ਦੇ ਤੌਰ ਤੇ ਉਸ ਨੂੰ ਵਾਪਸ ਲੈਣ ਲਈ, ਆਪਣੇ ਹੱਕ ਲਈ ਬੈਠੇ ਹੋਇਆ। ਕਿਸਾਨ ਕਿਸੇ ਦੇ ਨਾਲ ਕੋਈ ਧੱਕਾ ਨਹੀਂ ਕਰ ਰਹੇ, ਉਹ ਤੇ ਉਸ ਧੱਕੇ ਦੀ ਜਵਾਬਦੇਹੀ ਚਾਹੁੰਦੇ ਆ, ਉੱਥੋਂ ਇਨਸਾਫ ਚਾਹੁੰਦੇ ਆ ਜਿਹੜਾ ਉਹਨਾਂ ਦੇ ਨਾਲ ਸਾਰੀ ਭਾਰਤ ਦੀ ਕੇਂਦਰੀ ਸਰਕਾਰ ਨੇ ਪਾਰਲੀਮੈਂਟ ਤੋਂ ਪਾਸ ਕਰਕੇ, ਜਿਹੜੀ ਸਰਕਾਰ ਵੱਲੋਂ ਧੱਕਾ ਏਡੇ ਵੱਡੇ ਪੱਧਰ ਤੇ ਉਹਨਾਂ ਨਾਲ ਕੀਤਾ ਗਿਆ। ਹਾਂਜੀ, ਸੋ ਸ਼ੁਕਰੀਆ ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡਾ ਤੇ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਜਿਸ ਤਰੀਕੇ ਦੇ ਨਾਲ ਨੌਦੀਪ ਕੌਰ ਦੀ ਗ੍ਰਿਫਤਾਰੀ ਹੋਈ, ਬੜੇ ਵਿਸਤਾਰ ਦੇ ਨਾਲ ਦੱਸਿਆ ਕਿ ਮਸਲਾ ਕੀ ਸੀਗਾ ਤੇ ਅਗਲੇ ਸਮੇਂ ਦੇ ਵਿੱਚ ਕਿੱਦਾਂ ਇਹਦਾ ਭਾਂਬੜ ਮੱਚ ਸਕਦਾ ਹੈ, ਕਿਉਂਕਿ ਮਜ਼ਦੂਰਾਂ ਦੀ ਵੀ ਗੱਲ ਹੈ ਇਹਦੇ ਵਿੱਚ, ਮਜ਼ਦੂਰਾਂ ਨੂੰ ਵੀ ਦੱਬਿਆ ਤੇ ਕੁਚਲਿਆ ਜਾ ਰਿਹਾ। ਕਿਸਾਨੀ ਅੰਦੋਲਨ ਦੀ ਗੱਲ ਕੀਤੀ, ਟਕੈਤ ਸਾਹਿਬ ਨੂੰ ਲੈ ਕੇ ਬੜੇ ਤਰ੍ਹਾਂ ਦੇ ਸਵਾਲ ਉੱਠ ਰਹੇ ਸੀ, ਬੜੇ ਸ਼ੰਕੇ ਸੀ। ਸ਼ਾਇਦ ਕਈਆਂ ਦਾ ਸ਼ੰਕਾ ਜਿਹੜਾ, ਉਹ ਸ਼ੱਕ ਜਿਹੜਾ ਉਹ ਦੂਰ ਹੋ ਗਿਆ ਹੋਣਾ ਕਿ ਆਖਿਰਕਾਰ ਟਕੈਤ ਸਾਹਿਬ ਦੀ ਚੜ੍ਹਾਈ ਦੇ ਨਾਲ ਕਿਸਾਨ ਅੰਦੋਲਨ ਕਿਹੜੀ ਦਿਸ਼ਾ ਦੇ ਵੱਲ ਜਾ ਰਿਹਾ, ਪੰਜਾਬ ਦੀਆਂ ਜਥੇਬੰਦੀਆਂ ਕਿਸ ਤਰ੍ਹਾਂ ਇਕਜੁੱਟ ਨੇ, ਉਹਨਾਂ ਦਾ ਰੋਲ ਕੀ ਹੈ। ਸਵਾਲ ਖੜੇ ਕਰਨੇ ਕਈਆਂ ਦਾ ਜਿਹੜਾ ਉਹ ਸੁਭਾਅ ਹੁੰਦਾ ਹੈ, ਤੇ ਉਹਦੇ ਵਿਚਾਲੇ ਉਸ ਨੂੰ ਨਿਵਰਤੀ ਕਰਨਾ ਉਸ ਸ਼ੰਕੇ ਦੀ, ਉਹ ਜ਼ਰੂਰੀ ਹੋ ਜਾਂਦਾ, ਲਾਜ਼ਮੀ ਹੋ ਜਾਂਦਾ। ਇਸੇ ਕਰਕੇ ਅਸੀਂ ਇਸ ਮਸਲੇ ਤੇ ਗੱਲਬਾਤ ਕੀਤੀ ਹੈ। ਮੈਨੂੰ ਇਜਾਜ਼ਤ ਦਿਓ, ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।